ਅੱਗੇ ਅਰਦਾਸ ਕਰਦਾ ਕਿ ਸਿਰਸਾ ਸਾਹਿਬ ਗੁਰੂ ਤੁਹਾਡੇ ਤੇ ਮਿਹਰ ਕਰੇ, ਤੁਸੀਂ ਸਿਹਤਯਾਬ ਹੋਵੋ, ਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਅਰਦਾਸ ਕਰਾਂਗਾ ਤੁਸੀਂ ਛੇਤੀ ਠੀਕ ਹੋਵੋ। ਕਿ ਤੁਸੀਂ ਐਡਮਿਟ ਕੀਤਾ ਹੈ ਕਿ 2 ਕਰੋੜ ਰੁਪਇਆ ਵੀ ਆਇਆ ਔਰ ਤੁਹਾਡੀ ਗੱਲ ਵੀ ਹੋਈ ਅਮਿਤਾਭ ਬੱਚਨ ਨਾਲ, ਔਰ ਅੱਜ ਤੁਸੀਂ ਹਰਵੰਸ਼ ਰਾਏ ਬੱਚਨ ਦਾ ਵੀ ਐਡਮਿਟ ਕੀਤਾ, ਜਿਹੜਾ ਤੁਸੀਂ ਪਹਿਲੇ ਅੱਜ ਤੱਕ ਨਹੀਂ ਬੋਲੇ ਸੀ। ਕਿ ਅੱਜ ਹਰਵੰਸ਼ ਰਾਏ ਬੱਚਨ ਦਾ ਤੁਸੀਂ ਨਾਂ ਲੈ ਰਹੇ ਹੋ। ਕਦੋਂ? ਜਦੋਂ ਅੱਜ ਤੋਂ 3 ਦਿਨ ਪਹਿਲੇ ਅਮਿਤਾਭ ਬੱਚਨ ਆਪਣੇ ਬਲੌਗ 'ਚ ਲਿਖਦਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ 2 ਕਰੋੜ ਦੀ ਗੱਲ ਚੱਲਦੀ ਪਈ ਹੈ, ਲੇਕਿਨ ਮੈਂ ਤੇ 10 ਕਰੋੜ ਰੁਪਇਆ ਬੰਗਲਾ ਸਾਹਿਬ ਜਿਹੜਾ ਡਾਇਗਨੋਸਟਿਕ ਸੈਂਟਰ ਹੈ ਉਸ ਤੇ ਵੀ ਲੱਗਿਆ, ਤੁਸੀਂ ਨਹੀਂ ਦੱਸਿਆ। ਆਖਿਆ ਕਿ ਮੈਂ ਬੰਗਲਾ ਸਾਹਿਬ ਸੰਗਤ ਦੇ ਵਿੱਚ ਆਵਾਂਗਾ। ਮਰਿਆਦਾ ਸਾਡੀ ਅਕਾਲ ਤਖਤ ਸਾਹਿਬ ਦੀ ਹੈ। ਅੱਗੇ ਵੀ ਜਦੋਂ ਦਾੜੀ ਰੰਗਣ ਦੀ ਗੱਲ ਹੋਈ ਸੀ, ਤੁਸੀਂ ਆਪ ਬੰਗਲਾ ਸਾਹਿਬ ਗ੍ਰੰਥੀ ਸਾਹਿਬਾਨ ਨੂੰ ਬੁਲਾ ਕੇ ਆਪ ਹੀ ਆਪਣਾ ਫੈਸਲਾ ਲੈ ਲਿਆ ਸੀ। ਮਿਹਰਬਾਨੀ ਕਰਕੇ ਇਹ 6ਵੇਂ ਤਖਤ ਪੈਦਾ ਕਰਨ ਦੀ ਗੱਲ ਨਾ ਸੋਚ 'ਚ ਲੈ ਕੇ ਆਓ, ਕਿਉਂਕਿ ਧਰਮ ਬਾਰੇ ਸ਼ਾਇਦ ਤੁਹਾਨੂੰ ਉਹ ਨੌਲੇਜ ਨਹੀਂ ਹੈ, ਨਾ ਪਿਛੋਕੜ ਹੈ ਕਿ ਜਿਹੜਾ 12 ਕਰੋੜ ਰੁਪਇਆ ਆਇਆ ਇਹਦਾ ਕੀ ਕਰਨਾ ਚਾਹੀਦਾ, ਔਰ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ। ਸਾਡੀ ਇੱਕੋ ਇੱਕ ਅਥਾਰਟੀ ਹੈ, ਸ੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਮੈਂ ਸਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਲਾਈਵ ਸੁਣਿਆ। ਸਭ ਤੋਂ ਪਹਿਲੇ ਤਾਂ ਮੈਂ ਗੁਰੂ ਅੱਗੇ ਅਰਦਾਸ ਕਰਦਾ ਕਿ ਸਿਰਸਾ ਸਾਹਿਬ ਗੁਰੂ ਤੁਹਾਡੇ ਤੇ ਮਿਹਰ ਕਰੇ, ਤੁਸੀਂ ਸਿਹਤਯਾਬ ਹੋਵੋ। ਜਿਹੜੀ ਪ੍ਰੋਬਲਮ ਤੁਹਾਨੂੰ ਫਿਜ਼ੀਕਲੀ ਮੈਡੀਕਲੀ ਆਈ ਹੈ, ਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਅਰਦਾਸ ਕਰਾਂਗਾ ਤੁਸੀਂ ਛੇਤੀ ਠੀਕ ਹੋਵੋ। ਦੂਜੀ ਗੱਲ ਕਿ ਤੁਸੀਂ ਐਡਮਿਟ ਕੀਤਾ ਹੈ ਕਿ 2 ਕਰੋੜ ਰੁਪਇਆ ਵੀ ਆਇਆ ਔਰ ਤੁਹਾਡੀ ਗੱਲ ਵੀ ਹੋਈ ਅਮਿਤਾਭ ਬੱਚਨ ਨਾਲ, ਔਰ ਅੱਜ ਤੁਸੀਂ ਹਰਵੰਸ਼ ਰਾਏ ਬੱਚਨ ਦਾ ਵੀ ਐਡਮਿਟ ਕੀਤਾ, ਜਿਹੜਾ ਤੁਸੀਂ ਪਹਿਲੇ ਅੱਜ ਤੱਕ ਨਹੀਂ ਬੋਲੇ ਸੀ, ਜਿਹੜਾ ਪੈਸਾ ਅੱਜ ਤੋਂ ਕਈ ਮਹੀਨਿਆਂ ਪਹਿਲੇ ਤੁਹਾਡੇ ਕੋਲ ਆਇਆ। ਤੁਸੀਂ ਇਹ ਵੀ ਆਖਿਆ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਅਮਿਤਾਭ ਬੱਚਨ ਦੇ ਖਿਲਾਫ ਕੋਈ ਗੱਲ ਹੈਗੀ ਹੈ। ਤੁਸੀਂ ਇਹ ਵੀ ਆਖਿਆ ਕਿ 35 ਸਾਲਾਂ 'ਚ ਜੀਕੇ ਸਾਹਿਬ ਨੇ ਕਦੀ ਜ਼ਿਕਰ ਨਹੀਂ ਕੀਤਾ। ਮੈਂ ਸਮਝਦਾ ਵਾਂ ਕਿ ਤੁਸੀਂ ਜੇ ਸੱਚ ਬੋਲੋ ਔਰ ਸੱਚੀ ਗੱਲ ਸੰਗਤ ਦੇ ਅੱਗੇ ਲੈ ਕੇ ਆਓ, ਬੜੀ ਚੰਗੀ ਗੱਲ ਹੋਏਗੀ। 2011 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਜਾਂਦਾ ਹੈ। ਬੀਬੀ ਜਗਦੀਸ਼ ਕੌਰ ਲੈ ਕੇ ਜਾਂਦੀ ਹੈ, ਪੀਰ ਮੁਹੰਮਦ ਸਾਹਿਬ ਲੈ ਕੇ ਜਾਂਦੇ ਨੇ, ਔਰ ਦੁਖੀਆ ਬਾਬੂ ਸਿੰਘ ਦੁਖੀਆ ਲੈ ਕੇ ਜਾਂਦੇ ਨੇ। ਜਦੋਂ ਸਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਨਵਾਈਟ ਭੇਜਿਆ ਵਿਰਾਸਤੇ ਖਾਲਸਾ ਦੇ ਮਹੂਰਤ ਵਾਸਤੇ, ਉਹਦੀ ਓਪਨਿੰਗ ਵਾਸਤੇ ਅਮਿਤਾਭ ਬੱਚਨ ਨੂੰ, ਤੇ ਇਹ ਮਸਲਾ ਅਕਾਲ ਤਖਤ ਸਾਹਿਬ ਤੇ ਜਾਂਦਾ ਹੈ। ਔਰ ਅਕਾਲ ਤਖਤ ਸਾਹਿਬ ਦੇ ਜਾਣ ਦੇ ਮਸਲੇ ਤੇ ਅਕਾਲੀ ਦਲ ਬੈਕਫੁੱਟ ਹੁੰਦਾ ਹੈ ਔਰ ਅਮਿਤਾਭ ਬੱਚਨ ਨੂੰ ਨਹੀਂ ਬੁਲਾਉਂਦੇ, ਜਾਂ ਚਿੱਠੀ ਗਈ ਹੁੰਦੀ ਹੈ ਉਹ ਆਉਂਦਾ ਨਹੀਂ। SGPC ਦੇ ਇੱਕ ਮੈਂਬਰ ਮਿਸਟਰ ਬਾਵਾ, ਉਹ ਵਕਾਲਤ ਕਰਦੇ ਨੇ ਅਕਾਲ ਤਖਤ ਸਾਹਿਬ ਤੇ ਕਿ ਕਿਸੇ ਤਰੀਕੇ ਇਹਨਾਂ ਨੂੰ ਮਾਫੀ ਦੇ ਦਿੱਤੀ ਜਾਵੇ। ਮੈਂ ਸਮਝਦਾ ਵਾਂ ਇਹ ਸਾਰੀਆਂ ਘਟਨਾਵਾਂ ਇਹ ਤੁਹਾਡੀ ਨੌਲੇਜ ਵੀ ਨੇ ਤੇ ਮੇਰੀ ਨੌਲੇਜ ਵੀ ਨੇ। ਤੁਸੀਂ ਇਹ ਆਖਿਆ ਕਿ ਮੈਨੂੰ ਬਿਲਕੁਲ ਨਹੀਂ ਪਤਾ ਸੀਗਾ, ਤੁਸੀਂ ਆਪਣੀ ਗਲਤੀ ਮੰਨੀ, ਮੈਂ ਮੰਨ ਲਿਆ। ਤੁਸੀਂ ਆਖਿਆ ਕਿ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਕੋਈ ਮਸਲਾ ਅਕਾਲ ਤਖਤ ਸਾਹਿਬ ਦੇ ਉੱਤੇ ਪੈਂਡਿੰਗ ਹੈ, ਜਾਂ ਸਿੱਖਾਂ ਦੇ ਵਿੱਚ ਪੈਂਡਿੰਗ ਹੈ, ਜਾਂ ਕਦੀ ਅਮਿਤਾਭ ਬੱਚਨ ਤੇ ਕੋਈ ਇਲਜ਼ਾਮ ਲੱਗੇ ਹੋਣ। ਮੈਂ ਹੁਣ ਸਰ ਸਿਰਸਾ ਸਾਹਿਬ, ਮੈਂ ਤੁਹਾਡਾ ਟਵੀਟ 2017 31 ਅਕਤੂਬਰ ਨੂੰ ਆਪਣੀ ਐਨੀਵਰਸਰੀ ਹੁੰਦੀ ਹੈ ਇੰਦਰਾ ਗਾਂਧੀ ਦੀ। ਇਹ ਟਵੀਟ ਮੈਂ ਨਹੀਂ ਕਰ ਰਿਹਾ, ਇਹ ਟਵੀਟ ਤੁਸੀਂ ਕੀਤਾ। ਤੁਸੀਂ ਮਿਹਰਬਾਨੀ ਕਰਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੋ, ਸਿਆਸਤ ਇੱਕ ਪਾਸੇ ਰੱਖ ਦਿਓ, ਲੇਕਿਨ ਸੱਚ ਤੇ ਬੋਲ ਦਿਓ। ਜੇ ਤੁਸੀਂ ਟਵੀਟ ਕਰ ਰਹੇ ਹੋ, ਟਵੀਟ ਦੇ ਵਿੱਚ ਤੁਹਾਡਾ ਸਵਾਲ ਹੈ ਅਮਿਤਾਭ ਬੱਚਨ should silence these people and allegations. He should speak out whether he encouraged killings Sikh during 1984 genocide
Did he also support the notion that the earth should shake when tree falls? Did he say खून का बदला खून से लेंगे, ब्लड फॉर ब्लड? इस ऐसा भी ट्वीट मैं नहीं किया। 31 तरीक की एनिवर्सरी ते जिस दिन सिखा का जैनोसाइड शुरू होंदा है, इंदिरा का कतल होंदा है, ये ट्वीट तुसी करते हो और अज तुसी साफ तौर पर मन गए कि मनु पता ही नहीं, मेरे तो गलती हो गई। मैं समझदा कि सच पूरा बोल दो, कौम माफ कर देती है, तो भी जरूर कर देगी। ये कौम ने फैसला करना है। तुसी आख्या कि अज हरिवंश राय बच्चन का तुसी नाम लै रहे हो, कदों? जदों अज तो 3 दिन पहले अमिताभ बच्चन अपने ब्लॉग च लिखता है कि सोशल मीडिया ते एक 2 करोड़ की गल चलती पई है, लेकिन मैं तो 10 करोड़ रुपया बंगला साहब जिहड़ा डायग्नोस्टिक सेंटर है उस ते भी लग्या, तुसी नहीं दसिया, तुहाडे मैंबर्स नूं नहीं पता। मनु कल दे एग्जैक्टिव मैंबरां दे फोन आ रहे हैं कि सानू नहीं पता कि ये बच्चन परिवार ने ये 10 करोड़ रुपया कदों दिता। लेकिन मैनू चंगी तरह याद है कि तुसी चावला परिवार और एक जुनेजा परिवार के सज्जणा नूं जिहड़े दिल्ली के बहुत चंगे परिवार ने उन्होंने सरोपे दिते और उन्होंने आख्या कि यह डायग्नोस्टिक सेंटर जिहड़ा हैगा ये इन्हां ने बनाया है, इन्होंने ये रकम दी है। तुसी अज तो 6 महीने 4 महीने 8 महीने पहले जदों भी बच्चन परिवार ने 10 करोड़ रुपया दिता होगा, तुसी संगत नाल शेयर नहीं किया, अज शेयर करते पे हो। जो अमिताभ बच्चन अपने ब्लॉग के विच लिख गया कि तुसी खाली 2 करोड़ की गल करते पे हो, तुसी 10 करोड़ की गल करो जिहड़ी मैं तुहानूं दे चुका हाँ। मैं समझदा वां तुसी आख्या कि मैं बंगला साहब संगत दे विच जावांगा। तुसी बंगला साहब, सीसगंज साहब साडे ऐसे स्थान ने कि जिहड़े गुरुआं दी छोह प्राप्त और संगतां इत्थों अपने दुखों का निवारण कर दिया ने, लेकिन मर्यादा साडी अकाल तख्त साहब की है। अगे भी जदों दाढ़ी रंगण की गल हुई सी, तुसी आप बंगला साहब ग्रंथी साहबान नूं बुला के आप ही अपना फैसला ले लिया सी। मैं अज इतिहास की गल संगत नाल शेयर करना चाहना। जदों जथेदार संतोख सिंह नूं मेरे पिता नूं अकाल तख्त साहब बुलाया गया और अकाल तख्त साहब ते पेशी वास्ते उन्होंने जाना सीगा, 10 सितंबर 1981 नूं उन्हां दी पेशी सी। 9 सितंबर राती वो फ्रंटियर वेल च बैठे, ज्ञानी जैल सिंह होम मिनिस्टर इंदिरा गांधी का सुनेहा लेके आंदा कि जथेदार जी तुहाडे अकाल तख्त साहब जाण लई खुश नहीं है इंदिरा, वो चाहती है कि 9वें पातशाह की शहादत सीसगंज साहब हुई है, तुसी भी ग्रंथी सभान को बिठा के फतवे जारी करो, अकाल तख्त के खिलाफ जिहाद खड़ा करो। जथेदार संतोख सिंह नूं यह भी आख्या गया कि जे तुसी गए तो हो सकता तुहानूं उत्थे गोली मरवा दी जाए अकाली दल नाल, क्योंकि उस वेले उन्हां दा विवाद सी। लेकिन जथेदार साहब ने होम मिनिस्टर नूं आख्या बीबी नूं दस दई, उस वेले मोबाइल तो नहीं सी कि ट्रेन च बैठे सी, बीबी नूं कह दी ज्ञानी जी कि मनु धार्मिक मसलिਆਂ 'ਚ सलाह देने की लोड़ नहीं है, जे अकाल तख्त गए नूं मनु गोली मार देने तो मेरे तो वड्डा शहीद कोई नहीं, लेकिन मैं अकाल तख्त साहब की सुपरमेसी नूं मन्नांगा। मेहरबानी करके ये 6वें तख्त पैदा करने की गल ना सोच च लैके आओ, क्योंकि धर्म बारे शायद तुहानूं वो नॉलेज नहीं है, ना पिछोकड़ है। ईवन तुहाडे जिहड़े जनरल सैकटरी साहब ने हरमीत सिंह कारका, इन्हां दे दादा जी ने भी दिल्ली च सरबत खालसा बुलाया सीगा रामलीला ग्राउंड विच, और आख्या सीगा कि अकाल तख्त के उत्ते या दरबार साहब की जिहड़ी बीबी ने एक्शन लिया वो बिल्कुल ठीक लिया है, और फुल पेज की अखबार ऐड दी सी। अज भी तुसी उसे सोच के उत्ते जा रहे हो जिस दे असी सख्त विरोधी हाँ। असी अपनी अकाल तख्त साहब की ट्रैडिशन नूं कदी नीवा नहीं करांगे। साडे भावें अकाल तख्त साहब वो परिवार कंट्रोल कर रहा जिहड़े परिवार नूं अज सिख नहीं चाहते कि वो किसी भी स्टेज ते जिहड़े तुहाडे सिपा सलार ने, जिहड़े तुहाडे वड्डे प्रधान ने, वो बादल परिवार उन्हां नूं नहीं पसंद करते, लेकिन फिर भी असी अकाल तख्त की मर्यादा नूं हमेशा याद रखते हैं और उसनूं कदी असी थल्ले नहीं डिग्गण दिंदे। मैं ये समझदा वां ये फैसला अकाल तख्त साहब करेगा कि जिहड़ा 12 करोड़ रुपया आया इहदा की करना चाहिए।
ਔਰ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ। ਬੰਗਲਾ ਸਾਹਿਬ ਮੈਂ ਵੀ ਉੱਥੇ 2000 ਬੰਦਾ ਇਕੱਠਾ ਕਰਾ ਕੇ ਮੈਂ ਵੀ ਜੋ ਚਾਹਾਂ ਉੱਥੇ ਮੈਂ ਕਰ ਸਕਦਾ ਵਾ, ਬੋਲ ਸਕਦਾ ਵਾ। ਨੋ, ਸਾਡੀ ਇੱਕੋ ਇੱਕ ਅਥਾਰਟੀ ਹੈ, ਸ੍ਰੀ ਅਕਾਲ ਤਖਤ ਸਾਹਿਬ। ਅਸੀਂ ਕੋਈ 5ਵਾਂ ਜਾਂ 6ਵਾਂ ਜਾਂ 7ਵਾਂ ਜਿਹੜਾ ਤਖਤ ਅਸੀਂ ਬਣਾਉਣਾ ਚਾਹੁੰਦੇ ਹਾਂ, ਬਿਲਕੁਲ ਇਹ ਨਹੀਂ ਹੋਣ ਦਿਆਂਗੇ, ਨਾ ਕਦੀ ਹੋਏਗਾ। ਔਰ ਦੂਜੀ ਗੱਲ, ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਅੱਜ ਬੀਬੀ ਜਗੀਰ ਕੌਰ ਦਾ। ਉਹਨਾਂ ਨੇ ਬਿਆਨ ਦਿੱਤਾ ਕਿ ਸਰਸੇ ਨੇ ਗਲਤੀ ਕੀਤੀ ਹੈ, ਇਹ ਪੈਸਾ ਨਹੀਂ ਲੈਣਾ ਚਾਹੀਦਾ ਸੀਗਾ। ਔਰ ਤੁਹਾਡਾ ਤੇ ਝੂਠ ਸਾਬਤ ਹੋ ਗਿਆ ਕਿ ਤੁਹਾਨੂੰ ਸਾਰਾ ਕੁਝ ਪਤਾ ਹੈ। ਔਰ ਤੁਹਾਨੂੰ ਇਹ ਵੀ ਪਤਾ ਹੈ ਤੁਹਾਡੀ 3 ਦਿਨ ਪਹਿਲੇ ਐਡਮਿਟ ਕੀਤੀ ਸੀ, ਲੇਕਿਨ ਤੁਸੀਂ 10 ਕਰੋੜ ਨਹੀਂ ਐਡਮਿਟ ਕਰ ਰਹੇ। ਜਿਹੜਾ ਹਰਵੰਸ਼ ਰਾਏ ਬੱਚਨ ਟਰਸਟ ਦਾ ਹੁੰਦਾ ਹੈ, ਤੁਸੀਂ ਆਖਦੇ ਹੋ ਕਿ ਇਹ ਪੈਸਾ ਤੇ 2 ਪਰਿਵਾਰਾਂ ਨੇ ਦਿੱਤਾ ਹੈ, ਜਿਹੜੇ ਜੁਨੇਜਾ ਪਰਿਵਾਰ ਤੇ ਚਾਵਲਾ ਪਰਿਵਾਰ। ਮੈਂ ਇਹ ਸਮਝਦਾ ਹਾਂ ਇਹ ਸਿਆਸਤ ਨੂੰ ਇੱਕ ਪਾਸੇ ਰੱਖ ਦਈਏ, ਲੇਕਿਨ ਜ਼ਿੰਦਗੀ 'ਚ ਨਾ ਸੱਚ ਬੋਲਣਾ ਚਾਹੀਦਾ। ਜਿਸ ਸੀਟ ਤੇ ਤੁਸੀਂ ਬੈਠੇ ਹੋ, ਤੁਸੀਂ ਮਿਹਰਬਾਨੀ ਕਰਕੇ ਆਪਣੀ ਗਲਤੀਆਂ ਨੂੰ ਛੁਪਾਉਣ ਲਈ ਐਸੀਆਂ ਗੱਲਾਂ ਨਾ ਕਰੋ ਜਿਹੜੀਆਂ ਸਿੱਖਾਂ ਦੀਆਂ ਮਰਿਆਦਾ, ਸਿੱਖਾਂ ਦੀਆਂ ਟ੍ਰੈਡੀਸ਼ਨਸ ਜਿਹੜੀਆਂ ਨੇ ਉਸ ਨੂੰ ਢਾਣਾ ਲਾ ਦੇਣਾ, ਉਸ ਨੂੰ ਖਤਮ ਨਾ ਕਰ ਦੇਣਾ। ਜੇ ਕਰੋਗੇ ਤੇ ਅਸੀਂ ਵੀ ਖਤਮ ਹੋਣ ਦੇਵਾਂਗੇ। ਮਨਜੀਤ ਸਿੰਘ ਕੋਈ ਸ਼ੈ ਨਹੀਂ ਹੈ, ਸੰਗਤ ਨਹੀਂ ਖਤਮ ਹੋਣ ਦੇਗੀ। ਇਸ ਕਰਕੇ ਮੈਂ ਚਾਹਾਂਗਾ ਕਿ ਇੱਕ ਸ਼ਾਇਦ 50 ਲੱਖ ਰੁਪਏ ਹੋਰ ਵੀ ਹੈ ਇਸ ਪਰਿਵਾਰ ਤੋਂ ਆਇਆ, ਜਿਹਦੀ ਮੇਰੇ ਕੋਲ ਨੌਲੇਜ ਹੈ, ਬੱਚਨ ਪਰਿਵਾਰ ਤੋਂ ਆਇਆ, ਜਿਹੜਾ ਅੱਜ ਤੱਕ ਸ਼ਾਇਦ ਨਹੀਂ ਪਤਾ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਸੰਗਤ ਦੇ ਸਾਹਮਣੇ ਆਏਗਾ। ਫੈਸਲਾ ਮੈਂ ਸੰਗਤ ਤੇ ਛੋੜਦਾ ਵਾਂ, ਜਿਸ ਨੂੰ ਠੀਕ ਸਮਝਦੇ ਹੋ ਸੰਗਤ ਜੀ। ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਜੋ ਉਹਨਾਂ ਨੇ ਲਾਈਵ ਕੀਤਾ ਸੀ ਉਹਦਾ ਮੈਂ ਤੁਹਾਨੂੰ ਜਵਾਬ ਦਿੱਤਾ। ਫੈਸਲਾ ਤੁਸੀਂ ਕਰੋ। ਫੈਸਲਾ ਅਗਰ ਕੌਮ ਦਾ ਕੋਈ ਫੈਸਲਾ ਹੋਏਗਾ, ਉਹ ਸਵੈ ਅਕਾਲ ਤਖਤ ਸਾਹਿਬ ਤੋਂ ਕਿਸੇ ਹੋਰ ਜਗ੍ਹਾ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।